ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 481 ਤੋਂ ਲੈ ਕੇ 483 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਭਗਤ ਕਬੀਰ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਸਤਿਗੁਰੂ ਜੀ ਦਾ, ਪਰਮੇਸ਼ਰ ਜੀ ਦਾ ਕੋਟਾਨ ਕੋਟ ਧੰਨਵਾਦ ਆ ਜੋ ਗੁਰਬਾਣੀ ਦੀਆਂ ਵਿਚਾਰਾਂ ਕਰਵਾਈ ਜਾ ਰਹੇ ਹਨ, ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਜੀ। ਵਾਹਿਗੁਰੂ ਜੀ, ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਆਸਾ ਸ੍ਰੀ ਕਬੀਰ ਜੀਓ ਕੇ, ਤੇ ਪਦੇ 8 2 ਤੁਕੇ 7 1 ਤੁਕਾ 1 ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, 10 ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ। ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ, ਪੂਰਬ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ ਰਹਾਓ। ਹਾਂਜੀ ਸੰਗਤ ਜੀ, ਭਗਤ ਕਬੀਰ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਸ ਨੇ ਪਿਤਾ ਦੇ ਵੀਰਜ ਤੋਂ ਲੈ ਕੇ ਤੈਨੂੰ ਪਹਿਲਾਂ ਬੰਨਿਆ ਤੇਰਾ ਮੁੱਢ, ਫਿਰ ਤੈਨੂੰ ਮਾਂ ਦੀ ਗਰਭ ਦੇ ਅਗਨ ਕੁੰਡ ਦੇ ਵਿੱਚ ਤੈਨੂੰ ਬਚਾ ਕੇ ਰੱਖਿਆ। ਫਿਰ ਕਹਿੰਦੇ 10 ਮਾਸ ਤੂੰ ਮਾਤਾ ਦੇ ਉਦਰ ਵਿੱਚ ਸੀ ਤੇ ਪਰਮੇਸ਼ਰ ਦਾ ਨਾਮ ਜਪਦਾ ਸੀ। ਬਾਹਰ ਆਉਂਦਿਆਂ ਹੀ ਤੈਨੂੰ ਕਹਿੰਦੇ ਮਾਇਆ ਦਾ ਜਿੱਦਾਂ ਚਸਕਾ ਲੱਗ ਗਿਆ। ਕਹਿੰਦੇ ਹੇ ਪ੍ਰਾਣੀ, ਤੂੰ ਕਿਉਂ ਮਾਇਆ ਦੇ ਲਾਲਚ ਵਿੱਚ ਲੱਗ ਕੇ ਆਪਣਾ ਇਹ ਮਨੁੱਖਾ ਜਨਮ ਵਿਅਰਥ ਗੁਆ ਰਿਹਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਕਹਿੰਦੇ ਪੂਰਵਲੇ ਚੰਗੇ ਕਰਮਾਂ ਦੇ ਅਨੁਸਾਰ ਤੈਨੂੰ ਜੋ ਇਹ ਮਨੁੱਖਾ ਜਨਮ ਮਿਲਿਆ ਸੀ, ਹੁਣ ਇਸ ਵਾਰ ਤੂੰ ਇਸ ਕਰਮ ਭੂਮੀ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਬੀਜ ਰਿਹਾ, ਉਹਦਾ ਨਾਮ ਨਹੀਂ ਜਪ ਰਿਹਾ। ਬਾਰਕ ਤੇ ਬਿਰਦ ਪਿਆ ਹੋਣਾ ਸੋ ਹੋਇਆ, ਜਾ ਜਮ ਆਏ ਝੂਠ ਪਕੜੈ ਤਬ ਹੈ ਕਾਹੇ ਰੋਇਆ। ਕਹਿੰਦੇ ਤੂੰ ਬੱਚੇ ਤੋਂ ਲੈ ਕੇ ਬਿਰਧ ਹੋ ਗਿਆ, ਉਹਦਾ ਨਾਮ ਨਹੀਂ ਜਪਿਆ। ਜਦੋਂ ਕਹਿੰਦੇ ਫਿਰ ਜਮ ਨੇ ਆ ਕੇ ਸਿਰ ਤੋਂ ਫੜਿਆ, ਫਿਰ ਕਹਿੰਦੇ ਪਛਤਾਉਣਾ, ਫਿਰ ਵੇਲਾ ਹੱਥ ਨਹੀਂ ਆਉਂਦਾ। ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ, ਬਾਜੀ ਗਰੀ ਸੰਸਾਰ ਕਬੀਰਾ ਚੇਤ ਟਾਲ ਪਾਸਾ। ਕਹਿੰਦੇ ਤੂੰ ਬੁੱਢਾ ਹੋ ਗਿਆ, ਫਿਰ ਵੀ ਕਹਿੰਦੇ ਤੈਨੂੰ ਹੋਰ ਜਿਉਣ ਦੀ ਆਸ ਹੈਗੀ ਆ ਵੀ ਮੈਂ ਹੋਰ ਜੀਵਾਂ। ਪਰ ਜਮ ਕਹਿੰਦੇ ਦੇਖ ਰਿਹਾ ਵੀ ਇਹਦੇ ਸਾਸ ਕਦੋਂ ਖਤਮ ਹੋਣ ਤੇ ਮੈਂ ਕਦੋਂ ਜਾਵਾਂ। ਕਹਿੰਦੇ ਜਿਹੜੀ ਇਹ ਸੰਸਾਰ ਦੀ ਖੇਡ ਆ, ਇੱਕ ਬਾਜੀਗਰ, ਇੱਕ ਨੱਟ ਦੀ ਖੇਡ ਆ। ਕਹਿੰਦੇ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਵਾਲਾ ਪਾਸਾ ਟਾਲ, ਕਹਿੰਦੇ ਉਹਨੂੰ ਚੇਤੇ 'ਚ ਵਸਾ। ਆਸਾ ਤਨ ਰੈਣੀ ਮਨ ਪੁਨਰਪ, ਕਰਿਓ ਪਾਚੋ ਤਤ ਬਰਾਤੀ। ਰਾਮ ਰਾਏ ਸਿਉ ਪਾਵਰ ਲੈ ਹੋ, ਆਤਮ ਤਿਹ ਰੰਗ ਰਾਤੀ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਹਾਓ। ਹਾਂਜੀ ਸੰਗਤ ਜੀ, ਭਗਤ ਕਬੀਰ ਜੀ ਕਹਿੰਦੇ ਨੇ ਮੈਂ ਜਿਹੜਾ ਇਹ ਆਪਣਾ ਸਰੀਰ ਆ, ਇਹਨੂੰ ਕਹਿੰਦੇ ਮੈਂ ਰੰਗਣ ਵਾਲੀ ਭੱਠੀ ਬਣਾਇਆ ਹੋਇਆ। ਕਹਿੰਦੇ ਇਹਦੇ ਵਿੱਚ ਮੈਂ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਨਾਲ ਰੰਗ ਰਿਹਾ, ਬਾਰ-ਬਾਰ ਜਪ ਰਿਹਾ। ਕਹਿੰਦੇ ਜਿਹੜੇ ਕਹਿੰਦੇ 5 ਦੈਵੀ ਗੁਣ ਨੇ ਉਹਨਾਂ ਨੂੰ ਮੈਂ ਬਰਾਤੀ ਬਣਾਇਆ। ਪਰਮੇਸ਼ਰ ਦੇ ਨਾਲ ਮੇਰੇ ਕਹਿੰਦੇ ਵਿਆਹ ਦੇ ਫੇਰੇ ਹੋ ਰਹੇ ਨੇ। ਕਹਿੰਦੇ ਮੈਂ ਆਪਣੀ ਆਤਮਾ ਨੂੰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ। ਹੇ ਮੇਰੇ ਕਹਿੰਦੇ ਗਿਆਨ ਇੰਦਰੀਓ, ਪਰਮੇਸ਼ਰ ਦੇ ਮਿਲਾਪ ਦੇ ਕਾਰਨ ਹੁਣ ਤੁਸੀਂ ਖੁਸ਼ੀ ਦੇ ਗੀਤ ਗਾਓ। ਕਹਿੰਦੇ ਕਿਉਂਕਿ ਮੇਰਾ ਪਰਮੇਸ਼ਰ ਨਾਲ ਮਿਲਾਪ ਹੋਇਆ, ਹੁਣ ਤੁਸੀਂ ਖੁਸ਼ੀ ਵਿੱਚ ਗੀਤ ਗਾਓ। ਪਰਮੇਸ਼ਰ ਮੇਰੇ ਹਿਰਦੇ ਘਰ ਵਿੱਚ ਵਸ ਗਏ ਨੇ। ਪਰਮੇਸ਼ਰ ਹੈ ਉੱਥੇ ਹੀ, ਹੁਣ ਕਹਿੰਦੇ ਪ੍ਰਤੱਖ ਹੋ ਗਏ ਨੇ। ਨਾਵ ਕਵਲ ਮਹਿ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾ। ਰਾਮ ਰਾਏ ਸੋ ਦੂਲੋ ਪਾਇਓ, ਅਸ ਬੜ ਭਾਗ ਹਮਾਰਾ। ਕਹਿੰਦੇ ਵਾਰ ਮੈਂ ਪਰਮੇਸ਼ਰ ਦਾ ਨਾਮ ਜਪਣਾ, ਸਵਾਸ ਇਹਨੂੰ ਮੈਂ ਕਹਿੰਦੇ ਆਪਣੇ ਵਿਆਹ ਵਾਲੀ ਬੇਦੀ ਬਣਾਇਆ ਹੋਇਆ।
ਪਰਮੇਸ਼ਰ ਦਾ ਕਹਿੰਦੇ ਨਾਮ ਜਪਣਾ, ਇਹ ਮੈਂ ਮੰਤਰ ਉਚਾਰ ਰਿਹਾ, ਜਿਹੜਾ ਵਿਆਹ ਦਾ ਮੰਤਰ ਹੈ। ਕਹਿੰਦੇ ਹੁਣ ਮੇਰਾ ਬਹੁਤ ਵੱਡਾ ਭਾਗ ਬਣ ਗਿਆ ਜੋ ਪਰਮੇਸ਼ਰ ਨੂੰ ਮੈਂ ਆਪਣੇ ਪਤੀ ਰੂਪ ਵਿੱਚ ਪਾ ਲਿਆ, ਕਿਉਂਕਿ ਸਾਰੇ ਜੀਵ ਇਸਤਰੀਆਂ ਨੇ ਨਾ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ 33 ਉਜਾਨਾ, ਕਹੇ ਕਬੀਰ ਮੋਹਿ ਵਿਆਹ ਚਲੇ ਹੈ, ਪੁਰਖ ਏਕ ਭਗਵਾਨਾ। ਫਿਰ ਕਬੀਰ ਜੀ ਕਹਿੰਦੇ ਜਦੋਂ ਮੇਰਾ ਹੁਣ ਇਹ ਵਿਆਹ ਦਾ ਕਾਰਜ ਉਸ ਪਰਮੇਸ਼ਰ ਨਾਲ ਰਚਿਆ, ਇਸ ਕੌਤਕ ਨੂੰ ਦੇਖਣ ਲਈ ਬੜੇ ਦੇਵਤੇ, ਬੜੇ ਮਤਲਬ ਰਿਸ਼ੀ ਲੋਕ, 33,000 ਜਿਹੜੇ ਕਹਿੰਦੇ ਨੇ, 33 ਦੇ ਇੱਥੇ ਲਿਖਿਆ ਕੋਟ 33 ਕਰੋੜ ਜਿਹੜੇ ਦੇਵਤੇ ਨੇ, ਕਹਿੰਦੇ ਇਸ ਕੌਤਕ ਨੂੰ ਦੇਖਣ ਲਈ ਸਾਰੇ ਪਹੁੰਚੇ ਨੇ। ਕਹਿੰਦੇ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋਰੇ, ਸਖੀ ਸਹੇਲੀ ਨਨਦ ਗਹੇਲੀ, ਦੇਵਰ ਕੈ ਬਿਰਹੋ ਜਰੋਰੇ। ਕਹਿੰਦੇ ਸੱਸ ਮੈਂ ਮਾਇਆ ਦੀ ਦੁਖੀ ਕੀਤੀ ਹੋਈ, ਸਹੁਰਾ ਕਹਿੰਦੇ ਜਿਹੜਾ ਮੇਰਾ ਦੇਹ ਦਾ ਪਿਆਰ ਆ, ਜਿਹੜਾ ਦੇਹ ਦਾ ਪਿਆਰ ਆ, ਕਹਿੰਦੇ ਮਾਇਆ ਨੇ ਮੈਨੂੰ ਦੁਖੀ ਕੀਤਾ ਹੋਇਆ, ਅਤੇ ਜਿਹੜਾ ਦੇਹ ਦਾ ਪਿਆਰ ਆ ਇਹਦੇ ਕਰਕੇ ਮੈਂ ਮੌਤ ਕੋਲੋਂ ਡਰ ਰਿਹਾ। ਕਹਿੰਦੇ ਸਖੀ ਸਹੇਲੀ ਨੰਦ ਗਹੇਲੀ, ਦੇਵਰ ਕੈ ਬਿਰਹੋਂ ਜਰੋਰੇ। ਕਹਿੰਦੇ ਜਿਹੜੀ ਮੇਰੀ ਗਿਆਨ ਇੰਦਰੀਆਂ ਨੇ ਉਹ ਕਹਿੰਦੇ ਮੈਨੂੰ ਮੇਰੇ ਤੋਂ ਕਹਿੰਦੇ ਵੀ ਜਿੱਦਾਂ ਮੇਰੇ ਕਾਬੂ ਤੋਂ ਬਾਹਰ ਹੋਣ ਨੂੰ ਫਿਰਦੀਆਂ ਨੇ। ਫਿਰ ਕਹਿੰਦੇ ਜਿਹੜਾ ਦੇਵਰ ਗਿਆਨ ਆ, ਕਿਉਂਕਿ ਗਿਆਨ ਦੇ ਨਾ ਹੋਣ ਕਰਕੇ ਮੈਨੂੰ ਪਰਮੇਸ਼ਰ ਤੋਂ ਵਿਛੋੜਾ ਪਿਆ ਹੋਇਆ, ਉਸ ਵਿਛੋੜੇ ਨੂੰ ਸਹਿ ਰਿਹਾ। ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਨ ਰਹੋ ਰੇ, ਸੇਜੈ ਰਮਤ ਨੈਣ ਨਹੀਂ ਪੇਖੋਂ, ਇਹ ਦੁੱਖ ਕਾ ਸਹੋ ਕਹੋ ਰੇ ਰਹਾਓ। ਕਹਿੰਦੇ ਜਿਹੜੀ ਮੇਰੀ ਮੱਤ ਆ ਇਹ ਹੌਲੀ ਆ, ਇਸ ਕਰਕੇ ਕਹਿੰਦੇ ਇਹਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਹਦਾ ਨਾਮ ਸਿਮਰਨ ਨਹੀਂ ਕੀਤਾ। ਹੁਣ ਕਹਿੰਦੇ ਪਰਮੇਸ਼ਰ ਦੇ ਮਿਲਾਪ ਤੋਂ ਬਿਨਾਂ ਮੈਂ ਕਿਵੇਂ ਜੀਵਤ ਰਹਿ ਸਕਦਾ। ਪਰਮੇਸ਼ਰ ਕਹਿੰਦੇ ਮੇਰੀ ਹਿਰਦੇ ਰੂਪੀ ਸੇਜ 'ਤੇ ਆ, ਪਰ ਕਹਿੰਦੇ ਮੈਂ ਪਰਮੇਸ਼ਰ ਨੂੰ ਕਹਿੰਦੇ ਅੱਖਾਂ ਨਾਲ ਦੇਖਿਆ ਨਹੀਂ ਗਾ। ਕਹਿੰਦੇ ਉੱਥੇ ਹੀ ਰਹਿੰਦਿਆਂ ਹੋਇਆਂ, ਉਸੇ ਹੀ ਹਿਰਦੇ ਰੂਪੀ ਸੇਜ 'ਤੇ ਰਹਿੰਦਿਆਂ ਹੋਇਆਂ ਇਕੱਠੇ ਉਸ ਪਰਮੇਸ਼ਰ ਦਾ ਕਦੇ ਦਰਸ਼ਨ ਨਹੀਂ ਹੋਇਆ। ਕਹਿੰਦੇ ਇਹ ਦੁੱਖ ਮੈਂ ਕਿਹਨੂੰ ਦੱਸਾਂ, ਕਿਹਦੇ ਕੋਲ ਕਹਿੰਦੇ ਇਹ ਦੁੱਖ ਮੈਂ ਦੱਸਾਂ, ਬਿਆਨ ਕਰਾਂ ਕਿ ਇੱਕ ਹਿਰਦੇ ਰੂਪੀ ਸੇਜ 'ਤੇ ਹਾਂ, ਪਰ ਪਰਮੇਸ਼ਰ ਦਾ ਦੀਦਾਰ ਨਹੀਂ ਹੋਇਆ, ਅੱਖੀਂ ਦੇਖਿਆ ਨਹੀਂ ਪਰਮੇਸ਼ਰ ਨੂੰ। ਵਾਹਿਗੁਰੂ ਜੀ, ਵਾਹਿਗੁਰੂ ਜੀ। ਬਾਪ ਸਾਵਕਾ ਕਰੈ ਲਰਾਈ, ਮਾਇਆ ਸਦ ਮਤਵਾਰੀ, ਵੱਡੇ ਭਾਈ ਕੈ ਜਬ ਸੰਗ ਹੋਤੀ, ਤਬ ਹੋ ਨਾਹ ਪਿਆਰੀ। ਕਹਿੰਦੇ ਜਿਹੜਾ ਮੇਰਾ ਸਰੀਰ ਦਾ ਮੋਹ ਸ਼ੁਰੂ ਤੋਂ ਚੱਲਿਆ ਆ ਰਿਹਾ, ਕਹਿੰਦੇ ਉਹਦੇ ਨਾਲ ਮੇਰੀ ਬੜੀ ਝਗੜਾ ਹੋ ਰਿਹਾ, ਮਤਲਬ ਬੜਾ ਮੇਰਾ ਉਹਦੇ ਨਾਲ ਉਦਮ ਹੋ ਰਿਹਾ ਕਿ ਮੇਰੇ ਇਹ ਜਿਹੜੇ ਵਿਕਾਰ ਨੇ ਖਤਮ ਹੋ ਜਾਣ, ਪਰ ਮੈਂ ਮਾਇਆ ਦੇ ਵਿੱਚ ਹੀ ਹਮੇਸ਼ਾ ਗਲਤਾਨ ਰਹਿਣਾ। ਜਦੋਂ ਮਾਂ ਦੇ ਪੇਟ ਵਿੱਚ ਸੀ ਉਦੋਂ ਕਹਿੰਦੇ ਗਰਭ ਦੇ ਵਿੱਚ ਮੇਰੇ ਕੋਲ ਗਿਆਨ ਸੀ, ਤਾਂ ਉਦੋਂ ਮੈਂ ਪਰਮੇਸ਼ਰ ਨੂੰ ਪਿਆਰੀ ਸੀ ਜੀਵ ਇਸਤਰੀ। ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ। ਕਬੀਰ ਜੀ ਕਹਿੰਦੇ ਜੀਵ ਦਾ ਸਾਰਾ ਜਨਮ 5 ਕਾਮਾਦਿਕ ਬੈਰੀਆਂ ਦੇ ਨਾਲ ਝਗੜਾ ਕਰਨ 'ਚ ਖਤਮ ਹੋ ਜਾਂਦਾ। ਕਹਿੰਦੇ ਸਾਰਾ ਸੰਸਾਰ ਮਾਇਆ ਜੋ ਝੂਠੀ ਹੈ, ਕਹਿੰਦੇ ਉਹਦੇ ਪ੍ਰੇਮ ਵਿੱਚ, ਬੰਧਨ ਵਿੱਚ, ਉਹਦੇ ਪ੍ਰੇਮ ਦੇ ਵਿੱਚ ਬੱਝਿਆ ਰਹਿੰਦਾ ਅਤੇ ਜਨਮ ਵਿਅਰਥ ਗਵਾ ਜਾਂਦਾ। ਫਿਰ ਕਹਿੰਦੇ ਮੈਂ ਕਬੀਰ ਨੇ ਪਰਮੇਸ਼ਰ ਦਾ ਨਾਮ ਜਪ ਜਪ ਕੇ ਸੁਖ ਪਾ ਲਿਆ ਹੈ। ਆਸਾ ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਮੇਰੀ ਜਿਹਬਾ ਬਿਸਨ ਨੈਣ ਨਰਾਇਣ, ਹਿਰਦੈ ਬਸੈ ਗੋਬਿੰਦਾ, ਜਮ ਦੁਆਰ ਜਬ ਪੂਛਸ ਬਵਰੇ, ਤਬ ਕਿਆ ਕਸੈ ਮਹੰਦਾ। ਜਮ ਦੁਆਰ ਜਬ ਪੂਛਸ ਬਵਰੇ, ਤਬ ਕਿਆ ਕਹਿਸ ਮੁਕੰਦਾ ਰਹਾਓ।
ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਕਿ ਹੇ ਪੰਡਿਤ, ਤੇਰੇ ਗਲ ਵਿੱਚ ਜਨੇਊ ਹੈ। ਜਿਸ ਤਰ੍ਹਾਂ ਦੇ ਧਾਗੇ ਦਾ ਜਨੇਊ ਆ, ਸਾਡੇ ਘਰ ਤੇ ਉਸ ਤਰ੍ਹਾਂ ਦਾ ਸੂਤ ਬਹੁਤ ਆ। ਅਸੀਂ ਨਿੱਤ ਹੀ ਤਾਣੇ ਤਣਦੇ ਆ ਇਸ ਤਰ੍ਹਾਂ ਦੇ ਸੂਤ ਦੇ। ਕਹਿੰਦੇ ਤੂੰ ਗਾਇਤਰੀ ਦੇ ਮੰਤਰ ਪੜ੍ਹਦਾ, ਤੂੰ ਵੇਦਾਂ ਦੇ ਪਾਠ ਕਰਦਾ, ਪਰ ਕਹਿੰਦੇ ਸਾਡੇ ਹਿਰਦੇ ਵਿੱਚ ਕਹਿੰਦੇ ਗੋਬਿੰਦ ਵਸਦਾ ਹੈ। ਕਹਿੰਦੇ ਕਿਉਂਕਿ ਅਸੀਂ ਉਹਦਾ ਨਾਮ ਹਮੇਸ਼ਾ ਜਪਦੇ ਹਾਂ। ਕਹਿੰਦੇ ਮੇਰੀ ਰਸਨਾ ਤੇ ਪਰਮੇਸ਼ਰ ਦਾ ਨਾਂ, ਮੇਰੀਆਂ ਅੱਖਾਂ ਪਰਮੇਸ਼ਰ ਦਾ ਦਰਸ਼ਨ ਕਰਦੀਆਂ ਨੇ, ਮੇਰੇ ਹਿਰਦੇ ਵਿੱਚ ਉਹ ਪਰਮੇਸ਼ਰ ਵਸਦਾ ਹੈ। ਕਹਿੰਦੇ ਤੂੰ ਕਹਿੰਦੇ ਉੱਪਰੋਂ ਗਾਇਤਰੀ ਮੰਤਰ ਪੜ੍ਹਦਾ, ਪਰ ਤੇ ਹਿਰਦੇ ਵਿੱਚੋਂ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਜਦੋਂ ਕਹਿੰਦੇ ਧਰਮਰਾਜ ਨੇ ਜਾ ਕੇ ਉੱਤੇ ਉੱਪਰ ਤੈਨੂੰ ਲੇਖਾ ਪੁੱਛਿਆ, ਫਿਰ ਕਿਵੇਂ ਲੇਖਾ ਦੇਂਗਾ? ਕਹਿੰਦੇ ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ, ਕਭੂ ਨ ਪਾਰ ਉਤਾਰ ਚਰਾਏ, ਕੈਸੇ ਖਸਮ ਹਮਾਰੇ। ਕਹਿੰਦੇ ਜਨਮਾਂ ਜਨਮਾਂ ਤੋਂ ਤੁਸੀਂ ਬ੍ਰਾਹਮਣ ਲੋਕ ਸਾਨੂੰ ਗਊਆਂ ਬਣਾਇਆ ਹੋਇਆ ਤੇ ਤੁਸੀਂ ਸਾਡੇ ਮਤਲਬ ਮਾਲਕ ਬਣੇ ਹੋਏ ਹੋ, ਪਰ ਕਦੇ ਵੀ ਕਹਿੰਦੇ ਤੁਸੀਂ ਇਸ ਤਰ੍ਹਾਂ ਦੇ ਮਾਲਕ ਹੋ, ਸਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਨਹੀਂ ਲਾ ਸਕੇ। ਕਿਸ ਤਰ੍ਹਾਂ ਦੇ ਮਾਲਕ ਹੋ? ਕਹਿੰਦੇ ਸਾਡੇ ਤੂੰ ਬਾਮਨ ਮੈਂ ਕਾਸਿਕ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ, ਹਰ ਸੋ ਮੋਰ ਧਿਆਨਾ। ਕਹਿੰਦੇ ਤੂੰ ਬ੍ਰਾਹਮਣ ਆ, ਮੈਂ ਕਹਿੰਦੇ ਕਸਿਕ ਜੁਲਾਹਾ, ਕਹਿੰਦੇ ਅਣਜਾਣ ਜਿਹਾ। ਕਹਿੰਦੇ ਤੂੰ ਦੱਸ ਵੀ ਮੇਰੇ ਅੰਦਰ ਕਿਸ ਚੀਜ਼ ਦਾ ਗਿਆਨ ਆ, ਮੈਨੂੰ ਕਿਸ ਚੀਜ਼ ਦਾ ਗਿਆਨ ਹੋ ਗਿਆ? ਕਹਿੰਦੇ ਤੂੰ ਤਾਂ ਰਾਜਿਆਂ ਦੇ ਦਰ 'ਤੇ ਮੰਗਦਾ ਰਹਿਣਾ, ਹਉ ਸੋ ਮੋਰ ਧਿਆਨਾ। ਕਹਿੰਦੇ ਸਾਡਾ ਧਿਆਨ ਪਰਮੇਸ਼ਰ ਵਿੱਚ ਲੱਗਿਆ ਰਹਿੰਦਾ। ਆਸਾ ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸਾਚ ਕਰ ਹਮ ਗਾਠ ਦੀਨੀ, ਛੋੜ ਪਰਮ ਨਿਧਾਨ, ਬਾਬਾ ਮਾਇਆ ਮੋਹ ਹਿਤ ਕੀਨ, ਜਿਨ ਗਿਆਨ ਰਤਨ ਹਿਰਲੀਨ ਰਹਾਓ। ਕਹਿੰਦੇ ਜਿਹੜਾ ਇਹ ਜੀਵਨ ਆ, ਆਪਾਂ ਕੱਲ੍ਹ ਗੱਲ ਚੱਲ ਰਹੀ ਸੀ ਸਤਸੰਗ ਦੇ ਵਿੱਚ, ਜਿਹੜਾ ਇਹ ਜੀਵਨ ਆ ਕਹਿੰਦੇ ਸੁਪਨੇ ਵਰਗਾ। ਜਿਸ ਤਰ੍ਹਾਂ ਸੁਪਨਾ ਝੂਠਾ ਹੁੰਦਾ, ਇਸ ਤਰ੍ਹਾਂ ਹੀ ਸੰਸਾਰ ਦਾ ਜੀਵਨ, ਸੰਸਾਰਿਕ ਪਦਾਰਥ ਸਭ ਕੁਝ ਝੂਠ ਆ। ਜਿਵੇਂ ਸੁਪਨਾ ਖੁੱਲ੍ਹਿਆ ਪਤਾ ਲੱਗਦਾ ਸਭ ਝੂਠਾ ਸੀ, ਇਸ ਤਰ੍ਹਾਂ ਹੀ ਇਹ ਜੀਵਨ ਹੈਗਾ। ਕਹਿੰਦੇ ਪਰ ਅਸੀਂ ਇਹਨੂੰ ਸੱਚ ਕਰਕੇ ਮੰਨ ਲਿਆ ਜੀਵਨ ਨੂੰ, ਇਹਨੂੰ ਸੱਚ ਕਰਕੇ ਇਹਦੀ ਤਾਂ ਗੱਠ ਮੰਨ ਲਈ ਵੀ ਸੱਚਾ, ਤੇ ਇਹਦੀ ਖਾਤਰ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਨੂੰ ਭੁੱਲ ਗਏ। ਕਹਿੰਦੇ ਜੋ ਅਸਲੀਅਤ ਵਿੱਚ ਸੱਚ ਹੈ। ਕਹਿੰਦੇ ਇਹ ਮਾਇਆ ਨੇ ਸਾਨੂੰ ਇਸ ਤਰ੍ਹਾਂ ਦਾ ਪ੍ਰੇਮ ਲਗਾ ਦਿੱਤਾ ਸਾਡੇ ਅੰਦਰੋਂ, ਪਰਮੇਸ਼ਰ ਦੇ ਗਿਆਨ ਰੂਪੀ ਜਿਹੜਾ ਰਤਨ ਸੀ ਨਾ ਸਾਡੇ ਅੰਦਰੋਂ, ਕਹਿੰਦੇ ਉਹ ਇਸ ਮਾਇਆ ਨੇ ਚੋਰੀ ਕਰ ਲਿਆ। ਸਾਨੂੰ ਉਹਦਾ ਨਾਮ ਜਪਣਾ ਚੇਤੇ 'ਚੋਂ ਭੁੱਲ ਗਿਆ। ਨੈਣ ਦੇਖ ਪਤੰਗ ਉਰਜੈ, ਪਸ ਨ ਦੇਖੈ ਆਗ, ਕਾਲ ਫਾਸ ਨਾ ਮੁਗਧ ਚੇਤੈ, ਕਨਕ ਕਾਮਨ ਲਾਗ, ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਏ, ਕਹਿ ਕਬੀਰ ਜਗ ਜੀਵਨ ਐਸਾ, ਦੁਤੀਆ ਨਾਹੀ ਕੋਏ। ਕਹਿੰਦੇ ਜਿਹੜਾ ਪਤੰਗਾ ਹੁੰਦਾ ਅੱਗ ਦੀ ਲਾਟ ਦੇ ਉੱਪਰ, ਕਹਿੰਦੇ ਉਹਨੂੰ ਦੇਖ ਕੇ ਮਤਲਬ ਮੋਹਿਤ ਹੋ ਜਾਂਦਾ ਤੇ ਆਪਣੀ ਜਾਨ ਦੇ ਦਿੰਦਾ। ਇਸ ਤਰ੍ਹਾਂ ਹੀ ਕਹਿੰਦੇ ਜੀਵ ਮੌਤ ਨੂੰ ਚੇਤੇ ਨਹੀਂ ਰੱਖ ਰਿਹਾ। ਕਹਿੰਦੇ ਇਸਤਰੀ, ਸੋਨਾ, ਸੰਸਾਰਿਕ ਪਦਾਰਥ ਉਹਨਾਂ ਵਿੱਚ ਮੁਗਧ ਹੈ। ਕਹਿੰਦੇ ਵਿਚਾਰ ਕਰਕੇ ਦੇਖ, ਆਪਣੇ ਵਿਕਾਰ ਕਹਿੰਦੇ ਖਤਮ ਕਰ, ਉਹ ਪਰਮੇਸ਼ਰ ਦਾ ਜਿਹੜਾ ਨਾਮ ਆ ਉਹ ਜਪਿਆਂ ਵਿਕਾਰ ਖਤਮ ਹੋਣੇ ਨੇ। ਉਹ ਪਰਮੇਸ਼ਰ ਦਾ ਨਾਮ ਹੀ ਇਸ ਸੰਸਾਰ ਤੋਂ ਤਰਨ ਤਾਰਨ ਵਾਲਾ ਹੈ। ਕਬੀਰ ਜੀ ਕਹਿੰਦੇ ਨੇ ਜਿਸ ਤਰ੍ਹਾਂ ਦਾ ਪਰਮੇਸ਼ਰ ਹੈ, ਜਿਸ ਤਰ੍ਹਾਂ ਦਾ ਉਹਦਾ ਨਾਮ ਹੈ, ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਜੋ ਸਾਨੂੰ ਇਸ ਸੰਸਾਰ ਦੇ ਸਾਗਰ ਦੇ ਭਵਜਲ ਤੋਂ ਤਾਰ ਦੇਵੇ। ਕਹਿੰਦੇ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ, ਅਬ ਫੁਨ ਰੂਪ ਨ ਹੋਈ, ਤਾਗਾ ਤੰਤ ਸਾਜ ਸਭ ਥਾਕਾ, ਰਾਮ ਨਾਮ ਬਸ ਹੋਈ,
ਅਬ ਮੋਹੇ ਨਾਚਨੋ ਨਾ ਆਵੈ, ਮੇਰਾ ਮਨ ਮੰਦਰੀਆ ਨਾ ਬਜਾਵੈ ਰਹਾਓ। ਹੁਣ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਵੀ ਹੁਣ ਮੇਰੀ ਉਹ ਅਵਸਥਾ ਬਣ ਗਈ ਆ, ਕਹਿੰਦੇ ਮੈਂ ਬਹੁਤ ਜਨਮ ਲਏ ਨੇ ਹੁਣ, ਪਰ ਕਹਿੰਦੇ ਮੇਰਾ ਜਨਮ ਨਹੀਂ ਹੋਊਗਾ। ਕਿਉਂ? ਕਿਉਂਕਿ ਕਹਿੰਦੇ ਹੁਣ ਮੇਰੀ ਵਾਹਿਗੁਰੂ ਨੇ, ਪਰਮੇਸ਼ਰ ਨੇ ਉਹ ਅਵਸਥਾ ਬਣਾ ਦਿੱਤੀ ਆ, ਮੇਰੇ ਅੰਦਰੋਂ ਕਹਿੰਦੇ ਮਾਇਆ ਦਾ ਮੋਹ ਖਤਮ ਹੋ ਗਿਆ, ਸਰੀਰ ਦਾ ਜਿਹੜਾ ਮੋਹ ਸੀ ਉਹ ਖਤਮ ਹੋ ਗਿਆ। ਕਹਿੰਦੇ ਸਭ ਸੰਸਾਰ ਦੇ ਪਦਾਰਥਾਂ ਵੱਲੋਂ ਮੇਰਾ ਮੋਹ ਖਤਮ ਹੋ ਗਿਆ। ਹੁਣ ਸਿਰਫ ਇੱਕ ਉਸ ਪਰਮੇਸ਼ਰ ਦਾ ਨਾਮ ਹੈ ਜਪਦਾ। ਮੇਰਾ ਮਨ ਕਹਿੰਦੇ ਹੁਣ ਨੱਚਣ ਤੋਂ ਹਟ ਗਿਆ, ਚੰਚਲ ਨਹੀਂ ਹੈ ਮੇਰਾ ਮਨ, ਮੋਹ ਰੂਪੀ ਢੋਲਕੀ ਵਜਾਉਣ ਤੋਂ ਹਟ ਗਿਆ। ਕਹਿੰਦੇ ਹੁਣ ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ, ਕਾਮ ਚੋਲ ਨਾ ਪਿਆ ਹੈ ਪੁਰਾਣਾ, ਗਿਆ ਪਰਮ ਸਭ ਛੂਟੀ। ਕਹਿੰਦੇ ਕਾਮ ਕ੍ਰੋਧ ਮਾਇਆ ਤ੍ਰਿਸ਼ਨਾ ਕਾਮ ਸਭ ਕੁਛ ਕਹਿੰਦੇ ਮੇਰੇ ਅੰਦਰੋਂ ਖਤਮ ਹੋ ਗਿਆ, ਮੇਰਾ ਸਾਰਾ ਸੰਸਾਰ ਦਾ ਭਰਮ ਮਤਲਬ ਖਤਮ ਹੋ ਗਿਆ ਕਿ ਇਹ ਸੰਸਾਰ ਅਸਲ 'ਚ ਹੈ, ਮੈਨੂੰ ਜੀਵਨ ਦੀ ਅਸਲੀਅਤ ਸਮਝ ਲੱਗ ਗਈ। ਕਹਿੰਦੇ ਹੁਣ ਸਰਬ ਭੂਤ ਏਕੈ ਕਰ ਜਾਣਿਆ, ਚੂਕੇ ਬਾਦ ਵਿਵਾਦਾ, ਕਹੇ ਕਬੀਰ ਮੈਂ ਪੂਰਾ ਪਾਇਆ, ਪੈ ਰਾਮ ਪ੍ਰਸਾਦਾ। ਕਹਿੰਦੇ ਹੁਣ ਮੇਰੇ ਸਾਰੇ ਝਗੜੇ, ਸਾਰੇ ਬਹਿਸ ਮੁਫਾਸਲੇ ਸਭ ਖਤਮ ਹੋ ਗਏ ਨੇ। ਕਿਉਂ? ਕਹਿੰਦੇ ਹੁਣ ਮੈਂ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਵਸਦਾ ਦੇਖ ਲਿਆ, ਹਰ ਇੱਕ ਜਗ੍ਹਾ 'ਤੇ ਪਰਮੇਸ਼ਰ ਨੂੰ ਵਿਆਪਕ ਜਾਣ ਲਿਆ। ਕਬੀਰ ਜੀ ਕਹਿੰਦੇ ਨੇ ਮੈਂ ਉਸ ਪਰਮੇਸ਼ਰ ਨੂੰ ਪਾਇਆ ਆਪਣੇ ਗੁਰੂ ਦੀ ਕਿਰਪਾ ਦੇ ਨਾਲ, ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ। ਆਸਾ ਰੋਜਾ ਧਰੈ ਮਨਾਵੈ ਅੱਲੋ, ਸਵਾਦਤ ਜੀ ਸੰਗਾਰੈ, ਆਪਾ ਦੇਖ ਅਵਰ ਨਹੀਂ ਦੇਖੈ, ਕਾਹੇ ਕੋ ਚਖ ਮਾਰੈ। ਕਾਜੀ ਸਾਹਿਬ ਏਕ ਤੋਹੀ ਮਹਿ, ਤੇਰਾ ਸੋਚ ਵਿਚਾਰ ਨ ਦੇਖੈ, ਖਬਰ ਨ ਕਰੈ ਦੀਨ ਕੇ ਬੋਰੇ, ਤਾਤੈ ਜਨਮ ਅਲੇਖੈ ਰਹਾਓ। ਹੁਣ ਕਾਜੀ ਨੂੰ ਕਹਿ ਰਹੇ ਨੇ, ਕਹਿੰਦੇ ਤੁਸੀਂ ਰੋਜ਼ੇ ਰੱਖਦੇ ਹੋ ਵੀ ਅੱਲਾ ਦੇ ਨਾਂ ਦੀ ਇਬਾਦਤ ਕਰਦੇ ਹੋ, ਪਰ ਕਹਿੰਦੇ ਕਰਦੇ ਕੀ ਹੋ? ਕਹਿੰਦੇ ਆਪਣੇ ਸਵਾਦ ਦੀ ਖਾਤਰ ਜਿਉਂਦੇ ਜੀ ਮਾਰਦੇ ਹੋ, ਬੱਕਰੇ ਝਟਕਾਉਂਦੇ ਹੋ। ਕਹਿੰਦੇ ਆਪੇ ਦੀ ਕਹਿੰਦੇ ਪਹਿਚਾਣ ਨਹੀਂ ਕਰਦੇ ਕਿ ਹਰ ਇੱਕ ਦੇ ਵਿੱਚ ਉਹ ਪਰਮੇਸ਼ਰ ਵਸ ਰਿਹਾ ਹੈ। ਕਹਿੰਦੇ ਫਿਰ ਕਹਿੰਦੇ ਤੁਹਾਡਾ ਜੀਵਨ ਵਿਅਰਥ ਜਾ ਰਿਹਾ ਜਦੋਂ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ। ਕਹਿੰਦੇ ਹੇ ਕਾਜੀ ਉਹ ਸਾਹਿਬ ਸਾਰਿਆਂ ਦਾ ਇੱਕ ਹੈ, ਉਹ ਤੇਰੇ ਅੰਦਰ ਵੀ ਹੈ, ਉਹ ਸਭ ਦੇ ਅੰਦਰ ਹੈ, ਪਰ ਉਹ ਸਾਰਿਆਂ ਦਾ ਹੀ ਰੱਬ ਹੈ। ਕਹਿੰਦੇ ਤੂੰ ਇਸ ਵਿਚਾਰ ਨੂੰ ਕਹਿੰਦੇ ਸੋਚ ਕੇ ਦੇਖ। ਕਹਿੰਦੇ ਜਦੋਂ ਤੱਕ ਤੈਨੂੰ ਇਸ ਧਰਮ ਦੀ ਕਹਿੰਦੇ ਖਬਰ ਨਹੀਂ ਪਹੁੰਚੀ ਕਿ ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਵਿਆਪਕ ਹੈ, ਉਹ ਸਾਰਿਆਂ ਦਾ ਹੀ ਪਰਮੇਸ਼ਰ ਹੈ, ਉਹਨੂੰ ਚੇਤੇ ਵਿੱਚ ਵਸਾਉਣਾ, ਕਹਿੰਦੇ ਉਦੋਂ ਤੱਕ ਤੇਰਾ ਇਹ ਜਨਮ ਹੈ ਵਿਅਰਥ ਜਾ ਰਿਹਾ ਹੈ। ਕਹਿੰਦੇ ਸਾਚ ਕਤੇਬ ਬਖਾਨੈ ਅੱਲੋ, ਨਾਰ ਪੁਰਖ ਨਹੀਂ ਕੋਈ, ਪੜੇ ਗੁਨੇ ਨਾਹੀ ਕਛ ਬੋਰੇ, ਜੋ ਦਿਲ ਮਹਿ ਖਬਰ ਨਾ ਹੋਈ। ਕਹਿੰਦੇ ਜਿਹੜੀਆਂ ਤੇਰੀਆਂ ਧਾਰਮਿਕ ਕਿਤਾਬਾਂ ਨੇ ਉਹੀ ਦੱਸ ਰਹੀਆਂ ਨੇ ਕਿ ਜਿਹੜਾ ਪਰਮੇਸ਼ਰ ਆ ਉਹ ਹਰ ਇੱਕ ਇਸਤਰੀ ਪੁਰਖ ਦੇ ਵਿੱਚ ਬਰਾਬਰ ਹੈ, ਉਹ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ, ਉਹ ਅੱਲਾ ਸਾਰਿਆਂ ਦਾ ਹੀ ਹੈ, ਉਹ ਕਿਸੇ ਇੱਕ ਵਿੱਚ ਨਹੀਂ ਹੈ। ਕਹਿੰਦੇ ਤੂੰ ਆਪਣੀਆਂ ਧਾਰਮਿਕ ਕਿਤਾਬਾਂ ਨੂੰ ਪੜ੍ਹਦਾ ਹੈ, ਪਰ ਕਹਿੰਦੇ ਤੇਰੇ ਹਿਰਦੇ ਵਿੱਚ ਉਸ ਪਰਮੇਸ਼ਰ ਦੀ ਖਬਰ ਨਹੀਂ ਹੈ ਕਿ ਉਹ ਹਿਰਦੇ ਵਿੱਚ ਵਸਦਾ ਹੈ ਔਰ ਸਾਰਿਆਂ ਦੇ ਅੰਦਰ ਵਸਦਾ ਹੈ। ਅੱਲਾ ਗੈਬ ਸਗਲ ਕਟ ਪੀਤਰ, ਹਿਰਦੈ ਲਿਹੋ ਵਿਚਾਰੀ, ਹਿੰਦੂ ਤੁਰਖ ਦਹੂੰ ਮੈਂ ਏਕੈ, ਕਹੇ ਕਬੀਰ ਪੁਕਾਰੀ। ਕਹਿੰਦੇ ਜਿਹੜਾ ਉਹ ਅੱਲਾ ਉਹ ਹਰ ਇੱਕ ਹਿਰਦੇ ਵਿੱਚ ਛੁਪਿਆ ਹੋਇਆ। ਕਹਿੰਦੇ ਆਪਣੇ ਹਿਰਦੇ ਵਿੱਚ ਇਹਨੂੰ ਵਿਚਾਰ ਕੇ ਦੇਖ, ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ। ਕਹਿੰਦੇ ਕਬੀਰ ਉੱਚੀ ਉੱਚੀ ਕੂਕ ਕੇ ਦੱਸ ਰਿਹਾ ਵੀ ਉਹ ਇੱਕ ਪਰਮਾਤਮਾ ਹੀ ਸਾਰਿਆਂ ਦੇ ਅੰਦਰ ਵਸਦਾ ਹੈ। ਆਸਾ ਤੇ ਪਦਾ ਇੱਕ ਤੁਕਾ,
कियो सिंगार मिलन के ताई, हर ना मिले जग जीवन गुसाई। हर मेरो पिर हौ हर की बहोरिया, राम बड़े मैं तनक लहोरिया रहाओ। ਕਹਿੰਦੇ ਮੈਂ ਉਸ ਪਰਮੇਸ਼ਰ ਨੂੰ ਮਿਲਣ ਦੇ ਲਈ ਸਿੰਗਾਰ ਬਣਾਇਆ ਕਹਿੰਦੇ, ਪਰ ਪਰਮੇਸ਼ਰ ਮਿਲੇ ਨਹੀਂ ਕਹਿੰਦੇ। ਕਹਿੰਦੇ ਉਹ ਪਰਮੇਸ਼ਰ ਮੇਰਾ ਕਹਿੰਦੇ ਪਤੀ ਮਾਲਕ ਹੈ ਕਹਿੰਦੇ, ਮੈਂ ਉਹਦੀ ਅਣਜਾਣ ਜੀ ਵਹੁਟੀ ਆ ਕਹਿੰਦੇ। ਪਰਮੇਸ਼ਰ ਬਹੁਤ ਵੱਡਾ ਹੈ ਕਹਿੰਦੇ, ਮੈਂ ਬਹੁਤ ਛੋਟੀ ਆ ਕਹਿੰਦੇ। ਮਿਲਾਪ ਨਹੀਂ ਹੋਇਆ ਕਹਿੰਦੇ ਅਜੇ। ਅਲੱਗ-ਅਲੱਗ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਪਰਮੇਸ਼ਰ ਦਾ ਮਿਲਾਪ ਹੁੰਦਾ ਅਤੇ ਕਿਸ ਤਰ੍ਹਾਂ ਮਿਲਾਪ ਦੇ ਆਨੰਦ ਨੂੰ ਮਾਣਿਆ ਜਾਂਦਾ ਅਤੇ ਕਿਸ ਤਰ੍ਹਾਂ ਜੀਵ ਫਿਰ ਇਸ ਸੰਸਾਰ ਸਾਗਰ ਨੂੰ ਤਰ ਸਕਦਾ। ਧਨ ਪਿਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ। ਧਨ ਸੁਹਾਗਣ ਜੋ ਪੀ ਪਾਵੈ, ਕਹਿ ਕਬੀਰ ਫਿਰ ਜਨਮ ਨ ਆਵੈ। ਕਹਿੰਦੇ ਵੀ ਜੇ ਆਪਾਂ ਬਾਹਰੀ ਸਿੰਗਾਰ ਹੀ ਕਰਦੇ ਹਾਂ, ਇਸ ਤਰ੍ਹਾਂ ਪਰਮੇਸ਼ਰ ਨਹੀਂ ਮਿਲਦਾ। ਪਰਮੇਸ਼ਰ ਕਹਿੰਦੇ ਅੰਦਰਲੇ ਹਿਰਦੇ ਦੇ ਸਿੰਗਾਰ ਨਾਲ ਮਿਲਦਾ। ਕਹਿੰਦੇ ਪਰਮੇਸ਼ਰ ਦਾ ਅਤੇ ਜੀਵ ਆਤਮਾ ਦਾ ਇੱਕ ਹਿਰਦੇ ਦੇ ਰੂਪੀ ਸੇਜ ਦੇ ਉੱਪਰ ਵਸਦੇ ਨੇ ਇਕੱਠੇ, ਪਰ ਫਿਰ ਵੀ ਕਹਿੰਦੇ ਮਿਲਾਪ ਬੜਾ ਮੁਸ਼ਕਿਲ ਆ ਹਿਰਦੇ ਦੇ ਵਿੱਚ ਜੀਵ ਦਾ ਪਰਮੇਸ਼ਰ ਨਾਲ ਹੋਣਾ। ਕਹਿੰਦੇ ਉਹ ਜੀਵ ਧਨ ਹੈ, ਉਹ ਜੀਵ ਇਸਤਰੀ ਧਨ ਹੈ ਜੋ ਸੁਹਾਗਣ ਬਣ ਜਾਂਦੀ ਹੈ, ਜਿਸ ਨੂੰ ਪਰਮੇਸ਼ਰ ਪਤੀ ਦਾ ਮਿਲਾਪ ਹੋ ਜਾਂਦਾ, ਜੋ ਪਰਮੇਸ਼ਰ ਦੇ ਚਿੱਤ ਨੂੰ ਭਾ ਜਾਂਦੀ ਹੈ। ਉਹਦਾ ਫਿਰ ਕਹਿੰਦੇ ਦੁਬਾਰਾ ਜਨਮ ਨਹੀਂ ਹੁੰਦਾ। ਉਹ ਫਿਰ ਕਹਿੰਦੇ ਆਵਾਗਮਨ ਦੇ ਚੱਕਰ 'ਚੋਂ ਆਜ਼ਾਦ ਹੋ ਜਾਂਦੀ ਹੈ, ਸੁਤੰਤਰ ਹੋ ਜਾਂਦੀ ਹੈ ਉਹ ਜੀਵ ਇਸਤਰੀ। ਉਹਦਾ ਮਿਲਾਪ ਪਰਮੇਸ਼ਰ ਦੇ ਨਾਲ ਸਦਾ ਲਈ ਹੋ ਜਾਂਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।